ਖਬਰਾਂ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵੀਰ ਸਿੰਘ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ ਦੇ ਉੱਪਰ। ਸਭ ਤੋਂ ਪਹਿਲਾਂ ਗੱਲ ਕਿਸਾਨਾਂ ਦੀ ਕਰਾਂਗੇ ਕਿ ਕਿਸਾਨਾਂ ਦੇ ਵੱਲੋਂ ਅੱਜ ਸੂਬੇ ਭਰ ਦੇ ਕਈ ਜਿਹੜੇ ਹਿੱਸਿਆਂ ਦੇ ਵਿੱਚ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਕਿਉਂ ਉਹਨਾਂ ਦੇ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ, ਇਸ ਦੇ ਉੱਪਰ ਗੱਲਬਾਤ ਕਰਾਂਗੇ। ਤੇ ਗੱਲਬਾਤ ਕਰਨ ਲਈ ਮੇਰੇ ਨਾਲ ਮੇਰੇ ਸਹਿਯੋਗੀ ਪੱਤਰਕਾਰ ਧਰਵੰਤ ਸਿੰਘ ਘੁਮਾਣ ਮੌਜੂਦ ਨੇ। ਧਰਵੰਤ ਜੀ, ਸਵਾਗਤ ਹੈ ਪ੍ਰੋਗਰਾਮ। ਸਤਿ ਸ਼੍ਰੀ ਅਕਾਲ ਬਾਈ ਜੀ। ਧਰਵੰਤ ਜੀ, ਕਿਵੇਂ ਦੇਖਦੇ ਹੋ ਕਿ ਸੂਬੇ ਭਰ ਦੇ ਵਿੱਚ ਅੱਜ ਕਈ ਥਾਵਾਂ ਦੇ ਉੱਪਰ ਕਿਸਾਨਾਂ ਦੇ ਵੱਲੋਂ ਧਰਨਾ ਲਗਾਇਆ ਜਾ ਰਿਹਾ ਹੈ? ਪਹਿਲਾਂ ਤਾਂ ਦਰਸ਼ਕਾਂ ਨੂੰ ਇਹ ਦੱਸੋ ਕਿ ਕਿਹੜੀ ਥਾਵਾਂ ਤੇ ਧਰਨਾ ਲੱਗਿਆ ਤੇ ਕਿਉਂ ਕਿਸਾਨਾਂ ਦੇ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ? ਅਸਲ ਦੇ ਵਿੱਚ ਸੁਖਵੀਰ ਜੀ, ਅੱਜ ਪੰਜਾਬ ਦੇ ਵਿੱਚ ਦੇਖਿਆ ਜਾਵੇ ਤਾਂ ਕਈ ਥਾਵਾਂ ਪੰਜਾਬ ਕੇ ਗੈਲ ਗੈਲ ਹਰਿਆਣੇ में भी ਜਿਹੜੇ ਆ ਕਿ ਧਰਨੇ भी लग रहे हैं। और ਜਿਹੜਾ बीजेपी ਆ उसका विरोध सारा स्यापा जो किसाना और बीजेपी के विचाला जी स्यापा खासगा जो काले कानूना नूं रद्द कराने का मसला। ਜਿਹੜੇ बीजेपी के आगू आ ਜਿਹੜੇ मतलब कि ਭੜਕਾਉਣ ਵਾਲੇ ਭਾਸ਼ਣ ਦੇਣ ਤੇ ਨਹੀਂ ਹਟ ਰਹੇ। ਕਿਸਾਨ ਆ ਜਿਹੜੇ ਉਹ ਕਿਤੇ ਨਾ ਕਿਤੇ ਜਜ਼ਬਾਤੀ ਹੋ ਜਾਣ। ਜਜ਼ਬਾਤੀ ਹੋਗਾ ਫਿਰ ਜਿਹੜੇ बीजेपी के ਆਗੂ ਆ ਭਾਈ ਉਹਨਾਂ ਨੂੰ ਘੇਰਾਂ ਜਾਂ ਫਿਰ ਉਹਨਾਂ ਗੱਡੀਆਂ ਘਰਾਓ ਕਰਾਂ ਤੇ ਕਈ ਵਾਰੀ ਉਹਨਾਂ ਨਾਲ ਹੱਥੋਂ ਪਾਈ ਵੀ ਹੋ ਜਾ। ਕਈ ਵਾਰੀ ਕੱਪੜੇ ਪਾੜਨ ਵਾਲੀਆਂ ਵੀ ਘਟਨਾਵਾਂ ਜਿਹੜੀਆਂ ਉਹਨਾਂ ਦੀਆਂ ਵੀਡੀਓ ਸਾਹਮਣੇ ਆ ਜਾ। ਪਰ जो सारा कुछ हो कास्ते रहा भी किते ना किते इसके पीछे की समझण की लोड़ आ भी ਜਿਹੜਾ ਇਹਨਾਂ के पिछा कारण ਉਹੀ ਗੱਲ ਆ ਵੀ बीजेपी ਆ ਜਿਹੜੀ उसके आगू ਉਹ लगातार ਭੜਕਾਊ ਭਾਸ਼ਣ ਦੇ ਰਹੇ ਆ ਜਿਨ੍ਹਾਂ ਕਰਕੇ ਜੋ ਸਾਰੇ ਕਿਸਾਨ ਭੜਕ ਜਾ ਰਹੇ। ਇਸ ਤਰ੍ਹਾਂ ਦੀਆਂ ਗੱਲਾਂ ਵਾਪਰ ਰਹੀਆਂ। ਆਪਾਂ ਗੱਲ ਕਰ ਲਈਏ ਕੱਲ ਜਿਹੜੀ ਰਾਜਪੁਰੇ ਮਾ ਘਟਨਾ ਵਾਪਰੀ ਹੈ ਪਰਸੋਂ ਤੇ ਉਸ ਤੋਂ ਬਾਅਦ ਰਾਜਪੁਰੇ ਮਾ ਵਾਪਰੀ ਘਟਨਾ ਦੇ ਬਾਅਦ ਵੀ ਜਦ ਉਹ ਸਾਰੇ बीजेपी ਆਗੂ ਆ ਜਿਹੜੇ ਮਤਲਬ ਕਿ ਕਿਸਾਨਾਂ ਗਨੀ ਤੇ ਕੈਦ ਕਰ ਲਏ ਗਏ ਤੇ ਬਾਅਦ ਵਿੱਚ ਛੱਡ ਵੀ ਦੇ ਗਏ, ਪੁਲਿਸ ਗਨੀ ਤੇ ਛਡਵਾ ਲਏ ਗਏ। उसते सारा सिस्टम जो बाद वापरा उसके बाद जोड़े किसान थे उन्होंने के उपर परचे दर्ज होना। हुण परचे दर्ज होए हैं जोड़े उसके विरोध में राजपुरे के गगन चौक में जो किसानों ने धरना लाया। अज जी जी धरना लाने का जो ही कारण भी जोड़े किसान उन्होंने के परचे क्यों दर्ज करे गए जब बीजेपी के आगू मारे बारे में गलत बोला उन्होंने पर परचे क्यों नहीं दर्ज करे जाते तो उन्होंने परचों रद्द कराने के मारे इसे के गैल गैल संबंधित लुधियाने के धरना लाया गया। लुधियाना हाईवे के उपर धरना लाया गया। किसानों कनी ते हाईवे जाम कर रखा। किसान कहा भी जो जोड़े इतना बीजेपी धक्का कर रही है किसानों गैल ਉਹ ਤਾਂ ਸਾਨੂੰ ਦਿਖ ਨਹੀਂ ਰਿਹਾ। ਜੇ ਹੁਣ ਕਿਸਾਨ बीजेपी ਨੂੰ ਰੰਗੇ ਹੱਥੀ ਲੈ ਰਹੇ ਆ, ਦੋਵੇਂ ਹੱਥੀ ਲੈ ਰਹੇ ਆ ਵੀ ਤੁਸੀਂ ਫਿਰ ਦੂਜੇ ਪਾਸਾ ਜਿਹੜੇ ਕਿ ਕਿਸਾਨਾਂ ਪਰ ਚੱਕਾ ਤੁਸੀਂ ਪਰਚੇ ਠੋਕਦਾ ਉਹਨਾਂ ਪਰ ਉਹਨਾਂ ਨੂੰ ਤੁਸੀਂ ਮਤਲਬ ਕਿ ਉਹਨਾਂ ਦੀ ਵਾਰੀਆਂ ਨੂੰ ਕਾਨੂੰਨ ਲਾਗੂ ਹੋ ਜਾ। ਵੀ ਜਦ बीजेपी के ਆਗੂ ਮਾਰੇ ਬਾਰੇ ਗਲਤ ਬੋਲਾ ਕਿਸਾਨਾਂ ਨੂੰ ਅੱਤਵਾਦੀ ਕਹਾ, ਕਿਸਾਨਾਂ ਨੂੰ ਗੁੰਡਾ ਕਹਾ ਵੀ ਜਦ ਕਾਨੂੰਨ ਸਾਰਾ ਕੀਤਾ ਜਾ। ਸੋ ਕਿਤੇ ਨਾ ਕਿਤੇ बीजेपी ਸਰਕਾਰ ਨਾਲ ਲਾ ਲਓ ਚਾਹੇ बीजेपी ਨਾਲ ਲਾ ਲਓ ਕਿਸਾਨਾਂ ਦਾ ਟਕਰਾਓ ਆ ਜਿਸ ਕਰਕੇ ਥੋਂ ਧਰਨੇ ਲੱਗ ਰਹੇ ਆ। ਉਸ ਤੋਂ ਬਾਅਦ ताज़ी घटना देख लीए तो संगरूर के विच जिहड़े SSP नूं मिलण पहुंचे हुए हैं बीजेपी के मतलब कि कोई आगू आ वो भी SSP के दफ्तरों मिलण पहुंचे हुए हैं जिथा के किसानां नूं पता लगी इस बात के किसानां ने गैल की गैल जगह किसान और भारी गिणती में उथा बीबियां भी जाकर जिहड़ा SSP का दफ्तर घेर लिया। दफ्तर के बाहर हुण अंदर के कुछ चल रहा इस बात की कोई खबर नहीं पर बाहर स्थिति जो आ भी जो बीजेपी का आगू बाहर आ गया तो पुलिस की मौजूदगी में उसके भी कपड़े पाड़े जा सकते जी। धरवंत जी, एक पासे तो चलो ਆਪਾਂ ਪਰਚੇ ਮੰਨੇ ਤਾਂ ਇੱਕ ਮਾਮੂਲੀ ਜੀ ਗੱਲ ਹੋ ਜਾਂਦੀ ਹੈ, ਹਾਲਾਂਕਿ ਗੱਲ ਤਾਂ ਵੱਡੀ ਆ ਪਰ ਜਿਵੇਂ ਕਿ ਸਿਰਸਾ ਦੇ ਵਿੱਚ ਇੱਕ ਦੇਸ਼ ਧਰੋਹੀ ਦੇ ਪਰਚੇ ਹੋਏ ਨੇ ਉਹਨਾਂ ਨੂੰ ਕਿਵੇਂ ਦੇਖਦੇ ਹੋ ਕਿ ਠੀਕ ਹੈ ਵਿਰੋਧ ਕੀਤਾ ਪਰ ਦੇਸ਼ ਧਰੋਹੀ ਦਾ ਪਰਚਾ ਹੋਣਾ ਕੋਈ ਵੱਡੀ ਗੱਲ ਹੈ? ਅਸਲ ਦੇ ਵਿੱਚ ਜੀ ਜਿਹੜਾ ਨਾ ਸਿਰਸਾ ਦੇ ਵਿੱਚ ਜਿਹੜਾ ਡਿਪਟੀ ਸਪੀਕਰ ਦੀ ਗੱਡੀ ਆ ਕਿਸਾਨਾਂ ਕਨੀ ਤੇ ਘੇਰੀ ਗਈ ਆ। ਉਹ ਗੱਡੀ ਘੇਰਨ ਤੇ ਬਾਅਦ ਹੁਣ ਸਰਕਾਰ ਪਾ ਹੋਰ ਤਾਂ ਕੁਛ ਰਿਹਾ ਨਹੀਂ ਵੀ ਇਹਨਾਂ ਨੂੰ ਕਿਸ ਤਰ੍ਹਾਂ ਵੱਧ ਤੇ ਵੱਧ ਵੀ ਮਤਲਬ ਕਿਸ ਤਰ੍ਹਾਂ ਹਰਾਸਮੈਂਟ ਕਰੀ ਜਾਏ ਕਿਉਂਕਿ ਜੇ ਆਮ ਪਰਚੇ ਪਾਵੇਂ ਤੇ ਤਾਂ ਕਿਸਾਨ ਆ ਕਿਤੇ ਨਾ ਕਿਤੇ ਜਿਸ ਤਰ੍ਹਾਂ ਕਿ ਪਿਛਲੇ ਦਿਨਾਂ ਦੀਆਂ ਘਟਨਾਵਾਂ ਆਪਾਂ ਨੇ ਉਸਕੇ ਵਿੱਚ ਦੇਖੀਆਂ ਜੋ मूनकेरी के विच देखिया जब जिथा किते उसकी जो बाबली हो रही थी JGP के विधायक उन्होंने गड्डी घेरी गई थी। उन्होंने गड्डी का जिहड़ा कराओ करन ते बाद जिहड़ा किसानां नूं गलत बोली शब्दावली बोली उसके पिछे उन्होंने माफ़ी मंग ली और किसानां के परचे जिहड़े रद्द भी हो गए। किसानां के परचे रद्द हो गए तो उत्थे दे किसानां नूं भी हौसला हो गया कि हाँ भी कुछ भी कर सकां भी जो लोड़ नहीं हैगी भी आपां जे इन्हां के इस तरह विरोध करांगे तो जो गलत नहीं है कानून के अकॉर्डिंगली सही आ। इस करके किसानां नूं हौसला हो गया। पर दूजे पासा जिहड़े BJP के विधायक उन्हां नूं हले तक इस गल का ला लो ऐ आ भी असीं सरकार के विच असीं सत्ता के विच असीं भी कुछ भी कर सकीए तां
ਇੱਕ ਕਿਸੇ ਡਿਪਟੀ ਸੀਐਮ ਕੀ ਜਾਂ ਕਿਸੇ ਵੀ ਲੀਡਰ की ਗੱਡੀ ਘੇਰਨੀ ਆ, ਉਸ ਗੱਲ ਲੋਕਾਂ ਨੂੰ ਰੋਸ ਹੋਣ ਨਾਲ ਦੇਸ਼ ਧਰੋਹ का पर्चा कितने दे उसका। पहला जी, मैंने एक गल पूछना चाहांगा भी देश धरोह का असल च मतलब क्या हुआ। बीजेपी सरकार जद की आई आ उन्होंने देश धरोह के मायने ही बदल कर रख दे, उन्होंने ਜਿਹੜੀ भी चीज़ गलत लगा उस देश धरोह जी, ਜਿਹੜਾ भी कोई बंदा उन्होंने अपने हितों के वास्ते ਆਪਦੇ ਹਿੱਤਾਂ के ਅਕੋਰਡਿੰਗਲੀ नहीं लग रहा ਉਹ ਬੰਦੇ ਨੂੰ ਦੇਸ਼ ਧਰੋਹ का पर्चा ਹੋਊਗਾ। UAPA ਇਹੋ ਜਿਹੇ ਕਾਨੂੰਨ ਬਣਾਏ ਹੋਏ ਆ ਅੱਤਵਾਦੀ ਤੱਕ ਕਹਿ ਦਿੰਦੇ ਨੇ ਕਿ ਜਿਨ੍ਹਾਂ ਕੇ ਅਕੋਰਡਿੰਗਲੀ ਨਾ ਤਾਂ ਬੰਦੇ ਨੂੰ ਸਫਾਈ ਦੇਣ ਦਾ ਟਾਈਮ, ਨਾ ਕੋਈ ਕੇਸ ਚੱਲਦਾ, ਚਾਕਾ ਬੰਦੇ ਨੂੰ ਸਿੱਧਾ ਜੇਲ੍ਹ ਮਾ ਠੋਕ ਦਿਓ ਬਈ, ਚਾਕਾ ਸਿੱਧਾ ਜੇਲ੍ਹ ਮਾ ਠੋਕ ਦਿਓ। ਔਰ ਉਸਕੇ ਵਿੱਚ ਜਿਹੜੇ ਕਿ ਲੋਕ ਆ, ਜਿਹੜੇ ਕਿ ਕਾਨੂੰਨ ਇਸ ਕਾਨੂੰਨ के अंदर ਜਿਹੜੇ मतलब कि ਲੋਕ ਹਾਲੇ ਤੱਕ ਸਜ਼ਾ ਮਿਲ ਰਹੀ ਹੈ, ਜਿਨ੍ਹਾਂ ਲੋਕਾਂ ਬਹੁਤ ਸਾਰੇ ਲੋਕ ਆ ਕਿ ਜਿਨ੍ਹਾਂ ਨੂੰ ਇਹ ਨਹੀਂ ਪਤਾ ਹੀ ਮਾਰਾ ਕਸੂਰ ਕੀ था। ਸੋ ਗੱਲ ਜੋ ਆ ਸੁਖਵੀਰ ਜੀ, ਕਿਤੇ ਨਾ ਕਿਤੇ ਇਸ ਤਰ੍ਹਾਂ ਦੇ ਜਿਹੜੇ ਕਾਨੂੰਨ ਆ ਉਹ ਸਰਕਾਰ ਨੂੰ ਰੱਦ ਕਰਨੇ ਚਾਹੀਦੇ ਆ। ਆਮ ਲੋਕਾਂ, ਤੁਸੀਂ ਲੋਕਾਂ ਦੀ ਸਰਕਾਰ ਆ, ਲੋਕਤੰਤਰ ਆ, ਲੋਕਤੰਤਰ ਦੇ ਵਿੱਚ ਲੋਕਾਂ ਨੂੰ ਆਪਣੇ ਹੱਕਾਂ ਪਿੱਛੇ ਲੜਨ ਦਾ ਵੀ ਹੱਕ ਆ, ਆਪਣੇ ਹੱਕਾਂ ਪਿੱਛੇ ਬੋਲਣ ਦਾ ਵੀ ਹੱਕ ਆ। ਜੇ ਕੋਈ ਨੇਤਾ ਲੋਕਾਂ ਨੇ ਬਣਾਇਆ ਤਾਂ ਉਸ ਨੇਤਾ ਨੂੰ ਸਵਾਲ ਕਰਨ ਦਾ ਲੋਕਾਂ ਨੂੰ ਹੱਕ ਆ। ਉਸ ਗੱਲ ਰੋਸ ਆ, ਗੁੱਸਾ ਗਿਲਾ ਉਹ ਪ੍ਰਗਟ ਕਰਨ ਦਾ ਲੋਕਾਂ ਨੂੰ ਹੱਕ ਆ। ਪਰ ਜੇ ਦੂਜੇ ਪਾਸਾ ਜੇ ਹੁਣ ਨੇਤਾ ਨੂੰ ਲੋਕ ਸਵਾਲ ਪੁੱਛ ਰਹੇ ਆ, ਸਰਕਾਰ ਚੱਕ ਉਹਨਾਂ ਵਾ ਦੇਸ਼ ਧਰੋਹ ਦਾ ਪਰਚਾ ਠੋਕਦਾ। ਦੇਸ਼ ਧਰੋਹ ਕਿਹੜੀ ਗੱਲ ਤੇ ਹੋ ਗਿਆ, ਮੈਨੂੰ ਇੱਕ ਗੱਲ ਦੱਸੋ। ਦੇਸ਼ ਧਰੋਹ ਤਾਂ ਆਪਾਂ ਤਾਂ ਮੰਨੀਏ ਵੀ ਜੇ ਉਹਨਾਂ ਬੰਦਿਆਂ ਨੇ, ਕਿਸੇ ਵੀ ਕਿਸਾਨਾਂ ਨੇ ਆਪਣੇ ਦੇਸ਼ ਕੇ ਜਿਹੜੇ ਰਾਸ਼ਟਰੀ ਚਿੰਨ੍ਹ ਆ, ਕੋਈ ਚਾਹੇ ਝੰਡਾ ਹੋ ਗਿਆ, ਚਾਹੇ ਹੋਰ ਵੀ ਕੁਝ ਵੀ ਆ, ਆਪਣੇ ਕਿਸੇ ਰਾਸ਼ਟਰੀ चिन्ह ਨੂੰ ਨੁਕਸਾਨ ਪਹੁੰਚਾਇਆ, उसकी मतलब कि बेअदबी करी आ, उसका रिस्पैक्ट नहीं डिसरिस्पैक्ट करी आ, फिर तो उसका देश धरोह का पर्चा बना। ਜਾਂ ਫਿਰ ਭਾਰਤ ਆ ਜਿਹੜਾ ਆਪਣਾ ਹਿੰਦੁਸਤਾਨ ਲਾ ਲਓ, ਭਾਰਤ ਆਪਣੇ ਦੇਸ਼ के नाम पा कोई देश ਨਾਲ ਸੰਬੰਧਿਤ ਚੀਜ਼ ਆ, ਕੋਈ ਦੇਸ਼ ਨਾਲ ਸੰਬੰਧਿਤ ਟੋਟਮ ਆ ਕੋਈ, जिसके ऊपर ਇਹਨਾਂ ਨੇ ਹਮਲਾ ਕਰਿਆ ਜਾਂ ਫਿਰ ਜਿਸ ਨੂੰ ਕੋਈ ਨੁਕਸਾਨ ਪਹੁੰਚਾਇਆ, ਫਿਰ ਤਾਂ ਤੁਸੀਂ ਕਹਿ ਸਕੋ ਵੀ ਉਹ ਦੇਸ਼ ਧਰੋਹੀ ਹੈ। ਜਾਂ ਕਿਸੇ ਰਾਸ਼ਟਰੀ ਚਿੰਨ੍ਹ ਨੂੰ ਜਾਂ ਕਿਸੇ ਰਾਸ਼ਟਰੀ ਚੀਜ਼ ਨੂੰ, ਕਿਸੇ ਰਾਸ਼ਟਰੀ ਸ਼ਬਦ ਨੂੰ ਗਲਤ ਬੋਲਿਆ, ਕਿਸੇ ਰਾਸ਼ਟਰੀ मतलब कि ਰਾਸ਼ਟਰ ਨਾਲ ਸੰਬੰਧਿਤ ਕਿਸੇ ਚੀਜ਼ ਨੂੰ ਜੇ ਤਾਂ ਉਹਨਾਂ ਨੇ ਕੁਝ ਕਿਹਾ, ਫਿਰ ਤਾਂ ਉਹਨਾਂ ਨੂੰ ਦੇਸ਼ ਧਰੋਹੀ ਕਹਿਣ ਦਾ ਹੱਕ ਬਣਾ। ਪਰ ਜੇ ਤੁਸੀਂ ਕਿਸੇ ਇੱਕ ਹੁਣ ਲੀਡਰ ਕੇ ਪਿੱਛਾ ਲੱਗਗਾ ਉਹਨੂੰ ਦੇਸ਼ ਧਰੋਹੀ ਕਹਿ ਰਹੇ ਆ, मतलब कि ਉਹ ਲੀਡਰ ਤਾਂ ਸਾਰੇ ਦੇਸ਼ ਦਾ ਬਾਪ ਹੋ ਗਿਆ, ਜਿਹੜੇ ਕਿਸਾਨ ਆ ਫਿਰ ਉਹ ਦੂਜੇ ਦੇਸ਼ ਕੇ ਹੋ ਗਏ, ਉਹ ਦੇਸ਼ ਧਰੋਹੀ ਹੋ ਗਈ। ਤਾਂ ਕਿਤੇ ਨਾ ਕਿਤੇ ਕਿਸਾਨਾਂ ਕਹਿ ਲੈ ਸਰਕਾਰ ਆ इस टाइम पूरा धक्का करन लगी हुई आ, जिसका नतीजा सरकार नूं आने वाले समय में बहुत ज़्यादा माड़े रूप में भुगतना लगेगा। क्योंकि अज तुसीं देख रहे हो पंजाब के विच बहुत थावां पर धरने लग रहे हैं, जो धरना प्रदर्शन जिहड़ा दिल्ली के विच आ लगातार पिछले 6-7 महीने दे लग रहा, जो सरकार के माड़ी नीतियां के ही कारण लग रहा। असल में जो कानून ते जो काले कानून ते इन्हां दा विरोध पहला पंजाब लेवल पर भी होया, हरियाणे लेवल पर होया, जिला लेवल पर लोगों ने पहला मीटिंगां करियां। मैं खुद धरने के विच जाके आया, मैं धरने के विच देखा लोगों के विच इन्ना रोस और इन्ना गिला नहीं था कि वह किसी नेता नूं या किसी विधायक नूं कुट्टण तक जावे। उस टाइम माहौल चंगा था। जेकर सरकार उस टाइम किसानां गल गलबात करदी, चंगे तरीके नाल गलबात करदी, किसानां नूं बैठ के उन्हां दी गल सुणदी, तां किते ना किते हुण तक इस गल का हल निकल जांदा। पर जद सरकार किसानां की गल सुणन की बजाए उन्हां लोकां नूं सीधे सीधे तौर पर गलत ठहराउण लग पई, किसानां नूं अतवादी कहण लग पई, किसानां नूं बकाऊ कहण लग पई, किसानां नूं माओवादी खालिस्तानी कहण लग पई। उस टाइम जिहड़ी गल आ ओह भड़का कित्था दा जिहड़ा बंदा अपने हक्कां दी मंग कर रहा तुसीं उसकी गल सुणनी जांदी आ, कित्था तुसीं उसकी गल सुणन की बजाए उसे बंदे नूं गलत ठहरा रहे आ। फिर वो किते ना किते जिहड़ा भड़काऊ का कारण बन जा, जिस करके माहौल आ जिहड़ा ਉਹ ਖਰਾਬ ਹੋ ਰਿਹਾ। ਮਾਹੌਲ ਖਰਾਬ ਹੋਣ ਦਾ ਨਤੀਜਾ ਕੀ ਆ, ਹੁਣ ਬੀਜੇਪੀ ਨੂੰ ਕੀ ਆ, ਉੱਪਰਲੀ ਹਾਈ ਕਮਾਂਡ ਨੂੰ ਕੋਈ ਅਸਰ ਨਹੀਂ, ਠੀਕ ਆ। ਹਰਜੀਤ ਗਰੇਵਾਲ ਵਰਗੇ ਜਿਹੜੇ ਵਿਧਾਇਕ ਆ ਉਹ ਬਿਆਨ ਦੇ ਦਾਂ, ਉਹਨਾਂ ਨੂੰ ਹਾਲੇ ਤੱਕ ਕੋਈ ਅਸਰ ਨਹੀਂ। ਪਰ ਉਹਨਾਂ ਨੂੰ ਜਦ ਪਤਾ ਲੱਗੇਗਾ ਉਹਨਾਂ ਨੇ ਕੀ ਕਰਨਾ ਕਿ ਜਦ ਉਹ ਗੱਲ ਹੁਣ ਵੋਟਾਂ ਨੇੜੇ ਆ ਜਾਈਆਂ, ਲੋਕਾਂ ਨੇ ਪਿੰਡਾਂ ਦੇ ਵਿੱਚ ਵੜਨ ਨਹੀਂ ਦੇਣਾ। ਬਾਈ ਜੀ ਲੋਕ ਵਿਰੋਧ ਕਰ ਰਹੇ ਆ ਬਹੁਤ ਬੜੇ ਪੱਧਰ पर, ठीक आ। पहला तो लोग इस गल का विरोध कर रहे थे कि पिंडा के विच मारे वोट लेने वास्ते कोई भी राजनीतिक नेता ना आवे, चाहे वह अकाली आ, कांग्रेसी आ या बीजेपी आ। पर हुण तां लोग बीजेपी के नेतावां नूं बाहर निकलण तक का मतलब कि जिहड़ा हुआ बाहर भी नहीं निकलन दे रहे। बीजेपी के अज जिहड़े डिंपे हो रही कांग्रेस के जिहड़े के विधायक आ उन्होंने डिंपे होरां नूं भी अज घेरन की कोशिश करी गई आ, जबकि डिंपे ने स्पष्ट तौर पर जो बयान दिए आ, डिंपा कहा भी मैं किसानों के गैल खड़िया, किसानों की आवाज़ उठाता रहा और मैं किसानों वास्ते लड़ता रहा आखिरी दम तक। डिंपे होरां का हाले तक जो कहना, पर चलो एक राजनेता के नेता होने के तौर पर उन्हें बेशक जिस तरह मर्जी की बयानबाजी करी है, उगे अगले के जज्बात हो उसका भी किसानों नाल जुड़ा हो उसका गल रही एक पासा, क्योंकि वो कांग्रेस नाल हाले
मतलब कि ਹਾਲੇ ਉਹ ਜੇ ਉਸकी ਥਾਂ 'ਤੇ ਕੋਈ ਬੀਜੇਪੀ ਨੇਤਾ ਹੁੰਦਾ ਤਾਂ ਉਸਨੂੰ ਇੰਨੀ ਗੱਲ ਕਹਿਣ ਦਾ ਮੌਕਾ ਨਹੀਂ ਦੇਂਦੇ ਕਿਸਾਨ, ਕਿਉਂਕਿ ਕਿਸਾਨਾਂ ਨੂੰ ਪਤਾ ਵੀ ਜਿਹੜੀ ਬੀਜੇਪੀ ਆ ਇਸ ਟਾਈਮ ਦੁਸ਼ਮਣ ਵਾਲਾ ਕੰਮ ਹੋਇਆ ਪਿਆ, ਦੁਸ਼ਮਣ ਬਣੀ ਖੜੀ ਆ ਕਿਸਾਨਾਂ ਦੀ। ਬਈ ਜੀ ਇੱਕ ਤਾਂ ਗੱਲ ਹੋਈ ਕਰਾ ਵੀ ਆਪਾਂ ਦੇਖੋ ਕੋਈ ਬੰਦਿਆਂ ਦੇ ਵਿੱਚ ਦੋ ਗੱਲਬਾਤ ਹੋ ਗਈ, ਦੋਹਾਂ ਦੇ ਵਿੱਚ ਲੜਾਈ ਝਗੜਾ ਹੋ ਗਿਆ ਜਾਂ ਕੋਈ ਰੋਸੇ ਗਿਲੇ ਆ, ਉਹਨੂੰ ਬੈਠ ਕੇ ਸਮਝਾਉਣ ਕੀ ਗੱਲ ਕਰੇ। ਔਰ ਇੱਕ ਪਾਸਾ ਜੇ ਕਿਸੇ ਨੂੰ ਬੰਦੇ ਨੂੰ ਤੇਰੇ ਤੇ ਰੋਸਾ, ਤੂੰ ਉਸੇ ਬੰਦੇ ਨੂੰ ਉਲਟਾ ਗਾਲਾਂ ਕੱਢ ਰਿਹਾ, ਉਹ ਹੋਰ ਜ਼ਿਆਦਾ ਭੜਕੇਗਾ ਨਹੀਂ, ਉਹ ਚਾਰ ਨਾਲ ਥੋੜੀ ਬੈਠੇਗਾ। ਉਹੀ ਚੀਜ਼ ਕਿਸਾਨਾਂ ਨਾਲ ਹੋ ਰਹੀ ਆ ਹੁਣ ਵੀ ਜਿਹੜਾ ਅਸਲ ਦੇ ਵਿੱਚ ਬੀਜੇਪੀ ਪਾਰਟੀ ਆ, ਬੀਜੇਪੀ ਲਗਾਤਾਰ ਕਿਸਾਨਾਂ ਦੇ ਖਿਲਾਫ ਬਿਆਨਬਾਜ਼ੀ ਕਰਨ ਲੱਗੀ ਹੋਈ ਆ। ਬੇਸ਼ੱਕ ਹੇਠਲੇ ਲੈਵਲ ਕੇ ਲੀਡਰ ਆ ਉਹਨਾਂ ਨੂੰ, ਪਰ ਉੱਪਰਲੇ ਲੈਵਲ ਕੇ ਲੀਡਰਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਆ ਵੀ ਚਾਹੇ ਉੱਪਰਲੇ ਲੈਵਲ ਕੇ ਆ ਚਾਹੇ ਹੇਠਲੇ ਲੈਵਲ ਕੇ ਲੀਡਰ ਆ, ਵੀ ਕਿਤੇ ਨਾ ਕਿਤੇ ਇਹਨਾਂ ਗੱਲਾਂ ਦੇ ਜਿਹੜੇ ਨਤੀਜੇ ਆ ਉਹ ਮਾੜੇ ਨਿਕਲਣਗੇ। ਜੇਕਰ ਇਸੇ ਤਰ੍ਹਾਂ ਬੀਜੇਪੀ ਦਾ ਵਿਰੋਧ ਹੁੰਦਾ ਰਿਹਾ ਨਾ ਤਾਂ ਪੰਜਾਬ ਦੇ ਵਿੱਚ ਜੋ ਕਹਾ ਅਸੀਂ 117 ਸੀਟਾਂ ਲੈ ਕੇ ਜਾਵਾਂਗੇ, ਤੁਸੀਂ 117 ਸੀਟਾਂ ਦੀ ਗੱਲ ਕਰੋ, ਮੈਨੂੰ ਨਹੀਂ ਲੱਗਾ ਵੀ ਆਉਣ ਵਾਲੇ ਸਮੇਂ ਵਿੱਚ ਬੀਜੇਪੀ ਨੂੰ ਪੰਜਾਬ ਦੇ ਵਿੱਚ ਤਾਂ ਜਿਹੜੇ ਕਿ ਖੜਾਉਣ ਵਾਸਤੇ ਆਪਦੇ ਜਿਹੜੇ MLA ਨਹੀਂ ਮਿਲਣੇ, ਬੀਜੇਪੀ ਦਾ ਆਪਦੇ ਜਿਹੜੇ ਕੈਂਡੀਡੇਟ ਨਹੀਂ ਮਿਲਣੇ। ਬੀਜੇਪੀ ਕੈਂਡੀਡੇਟਾਂ ਵਾਸਤੇ ਵੀ ਤਰਸੇਗੀ ਕਿਉਂਕਿ ਪੰਜਾਬ ਦੇ ਵਿੱਚ ਇੰਨੇ ਬੜੇ ਪੱਧਰ 'ਤੇ ਵਿਰੋਧ ਹੋ ਰਿਹਾ। ਉਹਨਾਂ ਨੂੰ ਯਾਰ ਹਰੇਕ ਬੰਦਾ ਬੇਸ਼ੱਕ ਇੱਛਾ ਰੱਖਦਾ ਹੋਵੇ, ਉਹ ਬੀਜੇਪੀ ਤੇ ਡਰਦਾ ਨਹੀਂ ਲੱਗਦਾ, ਅਗਲਾ ਡਰਦਾ ਕੈਂਡੀਡੇਟ ਨਹੀਂ ਬਣਨਾ ਵੀ ਭਾਈ ਪੰਜਾਬ ਦੇ ਵਿੱਚ ਲੋਕ ਇੰਨੇ ਜ਼ਿਆਦਾ ਭੜਕੇ ਹੋਏ ਆ, ਗੁੱਸਾ ਇੰਨਾ ਜ਼ਿਆਦਾ ਆ ਲੋਕਾਂ ਦੇ ਵਿੱਚ ਵੀ ਜੇ ਕੱਲ੍ਹ ਨੂੰ ਕੈਂਡੀਡੇਟ ਬਣ ਗਿਆ ਕੀ ਪਤਾ ਜਿਹੜੀਆਂ ਵੋਟਾਂ ਪਾਉਣਗੀਆਂ ਬੂਥ ਪੋਲਿੰਗ ਦੇ ਵਿੱਚ ਕੱਪੜੇ ਫਾੜ ਦੇਣਗੇ ਲੋਕ, ਇੰਨਾ ਜ਼ਿਆਦਾ ਮਿਨਿਸਟਰ ਮਤਲਬ ਕਿ ਜਿਹੜਾ ਸਿਸਟਮ ਆ ਉਹ ਹੋਇਆ ਪਿਆ। ਧਨਵੰਤ ਜੀ, ਜਿਸ ਤਰੀਕੇ ਦੇ ਨਾਲ ਸਰਕਾਰ ਦੇ ਵੱਲੋਂ ਹੁਣ ਕਿਸਾਨਾਂ ਤੇ ਦੇਸ਼ ਧਰੋਹੀ ਤੱਕ ਦਾ ਪਰਚਾ ਵੀ ਦਰਜ ਜਿਹੜਾ ਕੀਤਾ ਗਿਆ, ਕੀ ਲੱਗਦਾ ਨਹੀਂ ਕਿ ਹੁਣ ਟਕਰਾਅ ਦੀ ਸਥਿਤੀ ਪੈਦਾ ਕੀਤੀ ਜਾ ਰਹੀ ਹੈ ਸਰਕਾਰ ਤੇ ਕਿਸਾਨਾਂ ਦੇ ਵਿੱਚ? ਬਈ ਦਿਖ ਹੀ ਰਿਹਾ ਸਰਕਾਰ ਮਾਹੌਲ ਜਾਣ ਕਾ ਪੈਦਾ ਕਰ ਰਹੀ ਆ। ਕਿਸਾਨ ਚੰਗੇ ਭਲੇ ਕਹਿ ਚੁੱਕੇ ਆ ਵੀ ਭਾਈ ਅਸੀਂ ਬੀਜੇਪੀ ਕੇ ਕਿਸੇ ਵੀ ਨੇਤਾ ਨੂੰ ਜਦ ਤੱਕ ਪਿੰਡ ਮਾ ਨਹੀਂ ਵੜਨ ਦਿੰਦੇ, ਜਦ ਤੱਕ ਕੋਈ ਪ੍ਰੋਗਰਾਮ ਨਹੀਂ ਕਰਨ ਦਿੰਦੇ, ਜਦ ਤੱਕ ਹਮਾਰੇ ਜੋ ਕਾਨੂੰਨ ਰੱਦ ਨਹੀਂ ਹੋ ਜਾਂਦੇ। ਜਦ ਉਹਨਾਂ ਨੂੰ ਪਤਾ ਗੱਲਬਾਤ ਦਾ ਪਤਾ, ਫਿਰ ਉਹੀ ਗੱਲ ਆ ਵੀ ਕਰਨਗੇ ਜਾਂ ਹਾਂ ਭਾਈ ਜਦ ਪਤਾ ਤੇ ਜੇ ਤੁਸੀਂ ਕੋਈ ਸਰਕਾਰੀ ਕੰਮ ਜਾ ਰਿਹਾ ਸਰਕਾਰੀ ਦਫ਼ਤਰ ਮਾ ਜਾਓ, ਚੁੱਪ ਕਰਕੇ ਜਾਓ, ਕੰਮ ਨਿਬੇੜੋ, ਆ ਜਾਓ। ਪਰ ਜਦ ਤੁਹਾਨੂੰ ਪਤਾ ਵੀ ਭਾਈ ਹਮਾਰਾ ਵਿਰੋਧ ਹੋ ਰਿਹਾ, ਪਹਿਲੀ ਗੱਲ ਤਾਂ ਅਸੀਂ ਇਸ ਤਰ੍ਹਾਂ ਦੀ ਬਿਆਨਬਾਜ਼ੀ ਨਾ ਕਰੀਏ, ਪਰ ਬਿਆਨਬਾਜ਼ੀ ਕਰੀ ਜਾ ਰਹੀ ਹੈ ਜਾਣ ਕਾ, ਕਿਉਂਕਿ ਮਾਹੌਲ ਹੁਣ ਸਰਕਾਰ ਨੇ ਸਾਰੇ ਹੱਥ ਕੰਡੇ ਆਪਣਾ ਕਾ ਦੇਖ ਲਏ, ਕਿਸਾਨਾਂ ਨੂੰ ਅੱਤਵਾਦੀ ਕਹਿ ਕਾ ਦੇਖ ਲਿਆ। ਕਿਸਾਨ ਅੰਦੋਲਨ ਦੇ ਵਿੱਚ ਜਿਹੜੀਆਂ ਕਿ ਅੱਗਾਂ ਲੱਗੀਆਂ, ਹੋਰ ਅਜਿਹੀਆਂ ਘਟਨਾਵਾਂ ਵਾਪਰੀਆਂ, ਜਦ ਕਿ ਉੱਥਾ ਫੜੇ ਵੀ ਗਏ ਤੇ ਇੱਕ ਵਾਰੀ RSS ਕੇ ਬੰਦੇ ਤੇ ਜਿਹੜੇ RSS ਕੇ ਬੰਦੇ ਮਤਲਬ ਕਿ ਆਏ ਤੇ ਸਟੇਜ ਨੂੰ ਖਾੜਨ ਦੀ ਕੋਸ਼ਿਸ਼ ਕਰੀ, ਉਹਨਾਂ ਬੰਦਿਆਂ ਨੇ ਆਪਦੇ ਮੂੰਹ ਤੇ ਦੱਸਿਆ ਵੀ RSS ਕੇ ਬੰਦੇ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣਾ। ਤਾਂ ਉਸ ਤੋਂ ਬਾਅਦ ਧਰਨੇ ਦੇ ਵਿੱਚ ਹੋਰ ਵੀ ਬਹੁਤ ਗਲਤ ਤਰੀਕੇ ਜਿਹੜੇ ਅਪਣਾਏ ਗਏ ਆ, ਜਿਹੜੇ ਕਿ ਆਪਾਂ ਸਕਰੀਨ 'ਤੇ ਬੋਲ ਵੀ ਨਹੀਂ ਸਕਦੇ। ਔਰਤਾਂ ਤੱਕ ਉਹਨਾਂ ਧਰਨੇ ਦੇ ਵਿੱਚ ਮਾਹੌਲ ਖਰਾਬ ਕਰਨ ਵਾਸਤੇ ਭੇਜੀਆਂ ਗਈਆਂ। ਤਾਂ ਜਦ ਇਸ ਤਰ੍ਹਾਂ ਦੀਆਂ ਗੱਲਾਂ ਸੁਖਵੀਰ ਜੀ ਸਾਹਮਣਾ ਵਾ ਨਾ ਕਿ ਹਰ ਹੱਥ ਕੰਡਾ ਅਪਣਾ ਲਿਆ, ਦੇਖ ਕਾਮ ਧਾਮ ਦੰਡ ਭੇਦ ਸਾਰੀਆਂ ਚੀਜ਼ਾਂ ਅਪਣਾ ਕੇ ਦੇਖ ਲਈਆਂ ਸਰਕਾਰ ਨੇ। ਜਦ ਦੇਖਿਆ ਵੀ ਉਹ ਕਿਸਾਨ ਹਿੱਲਣ ਵਾਲੇ ਨਹੀਂ, ਹੁਣ ਉਹਨਾਂ ਨੇ ਬਸ ਇੱਕੋ ਹੀ ਤਰੀਕਾ ਕਿ ਇਹਨਾਂ ਨਾਲ ਸਿੱਧੇ ਤੌਰ 'ਤੇ ਪੰਗਾ ਲੈ ਲਿਓ, ਵੀ ਹੋਰ ਕੋਈ ਤਰੀਕਾ ਨਹੀਂ, ਵੈਸੇ ਇਹਨਾਂ ਨਾਲ ਸਿੱਧੇ ਤੌਰ 'ਤੇ ਪੰਗਾ ਲਿਓ। ਦੇਸ਼ ਧਰੋਹ ਦਾ ਪਰਚਾ ਤਾਂ ਯਾਰ ਬਣਦਾ ਹੀ ਕਿਸੇ ਤਰ੍ਹਾਂ ਨਹੀਂ, ਵੀ ਇਹਨਾਂ ਨੂੰ ਬਸ ਜਿਹੜਾ ਵੀ ਕੋਈ ਕਿਸਾਨ ਆ ਕੋਈ ਵੀ ਅੱਗਾ ਆਵੇ ਹਮਾਰਾ ਵਿਰੋਧ ਕਰੇਗਾ ਉਸ ਪਰ ਦੇਸ਼ ਧਰੋਹ ਦਾ ਪਰਚਾ ਠੋਕੋ, ਵੀ ਹੁਣ ਹਮਾਰੇ ਭਾਈ ਕੋਈ ਹੱਥ ਕੰਡਾ ਵੀ ਦੇਸ਼ ਧਰੋਹ ਦਾ ਪਰਚਾ ਠੋਕੋ, ਵੀ ਦੇਸ਼ ਧਰੋਹ ਦੇ ਪਰਚੇ ਦੇ ਸਾਰੇ ਡਰਾਂ ਵੀ ਜਾਂ ਫਿਰ ਜਦ ਇਹਨਾਂ ਨੂੰ ਦੇਸ਼ ਦਰੋਹੀ ਕਹਿਤਾ ਤਾਂ ਸਾਰਾ ਦੇਸ਼ ਇਹਨਾਂ ਦੇ ਵਿਰੁੱਧ ਹੋ ਜਾਏਗਾ ਵੀ ਇਹਨਾਂ ਨੇ ਤਾਂ ਕੋਈ ਦੇਸ਼ ਵਿਰੋਧੀ ਕਾਰਵਾਈ ਕਰੀ ਆ, ਰਾਸ਼ਟਰ ਵਿਰੋਧੀ ਕਾਰਵਾਈ ਕਰੀ ਆ। ਪਰ ਜਦ ਕਿ ਅਸਲ ਜੋ ਕੁਛ ਸੱਚ ਹੈਗਾ ਉਹ ਲੋਕਾਂ ਦੇ ਸਾਹਮਣਾ, ਸੱਚਾ ਕੌਣ ਝੂਠਾ ਕੌਣ ਉਹ ਲੋਕਾਂ ਦੇ ਸਾਹਮਣਾ। ਪਰ ਜੇ ਇਸ ਸਭ ਕੇ ਬਾਵਜੂਦ ਵੀ ਬੀਜੇਪੀ ਨੂੰ ਕੋਈ ਭੁਲੇਖਾ ਤਾਂ ਉਹ ਲੋਕ ਆਉਣ ਵਾਲੇ 2022 ਦੀਆਂ ਚੋਣਾਂ ਕੱਢ ਦੇਣਗੇ। ਜੀ ਧੰਨਵਾਦ ਜੀ, ਪ੍ਰੋਗਰਾਮ ਦੇ ਵਿੱਚ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ। ਤਾਂ ਇਹ ਸਨ ਮੇਰੇ ਸਹਿਯੋਗੀ ਪੱਤਰਕਾਰ ਧੰਨਵੰਤ ਸਿੰਘ ਘੁਮਾਣ, ਜਿਨ੍ਹਾਂ ਨੇ ਇਹਨਾਂ ਤਮਾਮ ਮਸਲਿਆਂ ਦੇ ਉੱਪਰ ਆਪਣੇ ਵਿਚਾਰ ਦਿੱਤੇ। ਫਿਲਹਾਲ ਦੇ ਲਈ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਤੁਸੀਂ ਦੇਖਦੇ ਰਹੋ ਖਬਰਾਂ TV। ਮੈਨੂੰ ਦਿਓ ਇਜਾਜ਼ਤ। ਧੰਨਵਾਦ।